इस्लाम। ਮੌਲਾਨਾ ਸਾਹਿਬ ਜਿਹੜਾ ਜ਼ਾਹਰ ਭਾਈ ਨੇ ਗੱਲ ਕੀਤੀ ਸੀ ਕਿ ਜਾਦੂ ਤੇ ਮੋਜੇ 'ਚ ਕੀ ਫਰਕ ਹੈ, हाँ ਉਹਦੇ ਬਾਰੇ 'ਚ ਮੇਰਾ ਇੱਕ ਆਪਣਾ ਵੀ ਹੋਗਾ, ਤੁਸੀਂ ਉਹ ਵੀ ਦੱਸੋ ਉਹਦੇ ਬਾਰੇ ਦੱਸੋ। ਮੈਂ ਦੱਸ ਦਵਾਂ। ਮੇਰੇ ਉੱਥੇ ਦੋਸਤ ਨੇ ਯਾਰ ਸਾਹਿਬ 2 ਦਿਨ ਪਹਿਲੇ ਜਨੂਬੀ ਅਫਰੀਕਾ ਨਾਲ ਐਕਸੀਡੈਂਟ ਹੋਇਆ, ਮੇਰੇ ਰੂਮਮੇਟ ਸੀ। अल्लाह रहम तंदुरुस्ती दे, 2 ਦਿਨ ਪਹਿਲੇ शिफा बख्शे अल्लाह। ਹਾਂ, ਅੱਲਾਹ ਉਹਨਾਂ ਨੂੰ ਰਹਿਮਤ ਕਰੇ। ਦਿਓਬੰਦੀ ਫਿਰਕੇ ਨਾਲ ਤਲਕ ਰੱਖਦੇ ਸੀ, ਮਸਲਕ ਨਾਲ, ਤੇ ਬੜਾ ਪਿਆਰ ਮੇਰਾ ਕਰਦੇ ਸੀ। ਤੇ ਮੈਂ ਉਹਨਾਂ ਨੂੰ ਅਕਸਰ ਇੱਕ ਗੱਲ ਕਹਿੰਦਾ ਸੀ ਕਿ ਜਿਹੜੇ ਅਸੀਂ ਕਿਤਾਬਾਂ ਪੜ੍ਹੀ ਦੀਆਂ ਨੇ ਨਾ, ਕਿਤਾਬਾਂ ਸਾਨੂੰ ਜ਼ਮੀਰ ਤੇ ਦਿਮਾਗ ਦੀਆਂ ਖਿੜਕੀਆਂ ਖੋਲ ਕੇ ਪੜ੍ਹਨੀਆਂ ਚਾਹੀਦੀਆਂ ਨੇ। ਇੱਕ ਰਾਈਟਰ ਅਗਰ 10 ਗੱਲਾਂ ਠੀਕ ਲਿਖਦਾ ਹੈ ਨਾ, ਤੇ 11ਵੀਂ ਗੱਲ ਤੇ ਉਹਦੇ ਤੇ ਬਿਲਕੁਲ ਅੱਖਾਂ ਬੰਦ ਕਰਕੇ ਯਕੀਨ ਨਾ ਕਰ ਲਵੋ ਕਿ ਉਹ 10 ਠੀਕ ਮੰਨ ਲਓ, 11ਵੀਂ ਰੱਦ ਕਰ ਲਓ, ਤੇ ਲੇਕਿਨ ਉਹਦੇ ਨਫ਼ਰਤ ਨਾ ਕਰੋ। नहीं नफरत ਇਸ ਦਾ ਹੈ ਨਹੀਂ ਇਸ ਤਰ੍ਹਾਂ। ਉਹ ਕਿਤਾਬ ਉਹਨਾਂ ਨੇ ਮੈਨੂੰ ਕਸਸ ਅਲ-ਅੰਬਿਆ ਦਿੱਤੀ, ਤੇ ਉਹਦੇ ਸ਼ੁਰੂ ਦੇ ਵਿੱਚ ਉਹਨਾਂ ਨੇ ਕਸਸ ਅਲ-ਅੰਬਿਆ 'ਚ ਲਿਖਿਆ ਕਿ ਅੱਲਾਹ ਤਾਲਾ ਨੇ ਸ਼ੈਤਾਨ ਨੂੰ ਕਿਹਾ ਤੂੰ ਜੰਨਤ 'ਚ ਨਹੀਂ ਜਾਣਾ, ਤੇ ਫਲਾਹ ਸਾਰੇ ਜਦੋਂ ਸਾਰਾ ਕੰਮ ਹੋ ਗਿਆ, ਉਸ ਤੋਂ ਬਾਅਦ ਉਹਦੇ 'ਚ ਲਿਖਿਆ ਕਿ ਸ਼ੈਤਾਨ ਗਿਆ, ਉਹਨੇ ਇੱਕ ਮੋਰ ਨੂੰ ਕਿਹਾ ਕਿ ਕੁੱਕੜ ਨੂੰ, ਇੱਕ ਮੁਰਗੇ ਨੂੰ ਕਿਹਾ ਮੈਨੂੰ ਲੈ ਜਾ, ਉਹਨੇ ਨਾ ਕਰਤੀ। ਫਿਰ ਉਹਨੇ ਸੱਪ ਨੂੰ ਕਿਹਾ, ਉਹਨੇ ਕਿਹਾ ਸੱਪ ਨੂੰ ਕਹਿ, ਉਹ ਸੱਪ ਦੇ ਮੂੰਹ 'ਚ ਬਹਿ ਕੇ ਚਲਾ ਗਿਆ ਕਿ ਮੈਂ ਨਿਕਲਾਂਗਾ ਨਹੀਂ, ਤੈਨੂੰ ਵਿਰਦ ਦੱਸਾਂਗਾ। ਉਸ ਤੋਂ ਬਾਅਦ ਜਾ ਕੇ अफसाने ਇਹੋ ਜਿਹਾ ਲਿਖੇ। ਹਾਂਜੀ, ਉਹਨੇ ਅਫਸਾਨਾ ਲਿਖਿਆ ਹੋਇਆ, ਉਹਨੇ ਫਿਰ ਫਸਲਾਤਾ। ਤੇ ਉਹ ਜਦੋਂ ਉਹਨਾਂ ਨੇ ਕਿਹਾ ਜੀ ਦੇਖੋ ਜੀ ਉਹ ਸਾਰੇ ਨੁਕਤਾ, ਮੈਂ ਕਿਹਾ ਜੀ ਕਿਸੇ ਦੇ ਜ਼ਿਹਨ 'ਚ ਤੁਹਾਡੇ ਗੱਲ ਨਹੀਂ ਆ ਰਹੀ ਕਿ ਅੱਲਾਹ ਤਾਲਾ ਅੱਜ ਇੰਡੀਆ ਤੇ ਪਾਕਿਸਤਾਨ ਚਾਹਵੇ ਨਾ ਆਪਣੀ ਸਰਹੱਦ ਕੋਈ ਨਾ ਕ੍ਰਾਸ ਕਰੇ, ਤੇ ਉਹ ਨਹੀਂ ਕਰ ਸਕਦਾ। ਤੇ ਅੱਲਾਹ ਤਾਲਾ ਨੇ ਅਗਰ ਜੰਨਤ 'ਚ ਉਹਦਾ ਮਮਨੂਨ ਕੀਤਾ ਸੀ, ਤੇ ਉਹ ਕਿੱਦਾਂ ਅੱਲਾਹ ਨੂੰ ਧੋਖਾ ਦੇ ਕੇ ਵੜ ਗਿਆ? ਇਹਦਾ ਮਤਲਬ ਹੈ ਅੱਲਾਹ ਤਾਲਾ ਤੇ ਮਾੜਾ ਹੋ ਗਿਆ ਨਾ ਇੰਡੀਆ ਪਾਕਿਸਤਾਨ ਨਾਲ। अल्लाह ताला ने ਜਿਹੜੇ जन्नत ਦੇ 2 ਮੁਹੱਫਜ਼ ਬਣਾਏ ਸੀ, ਉਹ ਹੀ ਬੇਈਮਾਨ ਹੋ ਗਏ। ਉਹਨਾਂ ਨੇ ਆਖਿਆ ਯਾਨੀ ਮੂੰਹ 'ਚ ਵੜ ਜਾਂਦੇ ਨੇ। ਸਾਡਾ ਜ਼ਿਹਨ ਇਸ ਤਰ੍ਹਾਂ ਦਾ ਮੌਲਾਨਾ ਸਾਹਿਬ ਕਿ ਅਸੀਂ ਹਰ ਗੱਲ ਨੂੰ ਨਾ नहीं सोचना समझना चाहिए। अल्लाह ताला ने अकल दी बसीरत है। मेरा ਇਹਦੇ ਬਾਰੇ ਮੌਕਫ ਇਹ ਸੀ ਕਿ ਸ਼ੈਤਾਨ ਨੂੰ ਜੰਨਤ ਜਾਣ ਦਾ ਕੋਈ ਮਨਾ ਨਹੀਂ ਸੀ ਕੀਤਾ। नहीं कोई मना। ਅੱਲਾਹ ਦੀ ਰਜ਼ਾ ਸੀ, ਇਹ ਨਿਜ਼ਾਮ ਇਸ ਤਰ੍ਹਾਂ ਹੀ ਚੱਲਣਾ ਦੇ ਇਦਾਂ ਹੋਏ। ਮੌਲਾਨਾ ਇਹ ਜਿਹੜਾ ਹੁਣ ਗੱਲ ਨਿਕਲ ਹੀ ਆਈ ਹੈ, ਇਹ ਇਹ ਕਰੋ। ਪੂਰੀ ਗੱਲ ਕੀ ਹੈ ਜਿਹੜੀ ਮਤਲਬ ਸ਼ੈਤਾਨ ਦੀ ਜੰਨਤ ਚ ਜਾਣ ਵਾਲੀ ਕਿ ਅੱਲਾਹ ਤਾਲਾ ਨੇ ਰੋਕਿਆ ਸੀ ਕਿ ਨਹੀਂ? ਇਹ ਮਤਲਬ ਕੀ ਪੂਰਾ ਵਾਕਿਆ ਅਸਲ ਕੀ ਹੈ, ਹਕੀਕਤ ਕੀ ਹੈ? नहीं कोई नहीं रोक। जन्नत जो हुण जदों आदम अलैहिस्सलाम ने उतारते गए तो उन्होंने भी आख्या चला जा जमीन से। हुण नहीं जन्नत जा सकता कोई आदमी क़यामत की अदालत तो पहला। ਅੱਛਾ, ਉਦੋਂ ਆਜ਼ਾਦੀ ਸੀ उदों एक बाग ही सी, जिवें कंपनी बाग नेक भी जाता बद भी जाता। उदों एक कोई नहीं सी भी वो अमल नाल मिली है। हुण ते अमल के नतीजे जन्नत मिलनी, नेकां नूं ही मिलनी, बुरा नहीं जा सकता। जिस तरह दुनिया बनन लगी जी, अल्लाह ताला ने अपने इल्मे गैब दे ਉਹਦੇ ਜ਼ੋਰ ਤੇ ਬੰਦੇ ਦੇ ਲੋਹੇ ਉਹਦੇ ਚ ਸਾਰਾ ਕੁਝ ਲਿਖ ਦਿੱਤਾ ਜੋ ਕੁਝ ਉਹਨੇ ਕਰਨਾ ਸੀ। ਉਸੇ ਤਰ੍ਹਾਂ ਹੋ ਰਿਹਾ ਹੈਗਾ, ਉਹ ਇਲਮੇ ਗੈਬ ਨਾਲ ਲਿਖ ਦਿੱਤਾ ਜੀ। ਫਿਰ ਜਿਹੜੇ ਹੁਣ ਸਾਡੇ ਦੱਸਿਆ ਜਾਂਦਾ ਕਿ ਸੱਜਾ ਫਰਿਸ਼ਤਾ ਇੱਕ ਖੱਬਾ ਫਰਿਸ਼ਤਾ ਤੁਹਾਡਾ ਹਰ ਅਮਲ ਲਿਖਦਾ ਪਿਆ ਹੈਗਾ, ਇਹ ਕਿਉਂ ਹੋ ਰਿਹਾ ਹੈਗਾ? ਜਦੋਂ ਕਿ ਸਾਰਾ ਕੁਝ ਪਹਿਲੇ ਉਹ ਪੂਰੀ ਡਿਟੇਲ ਅੱਲਾਹ ਨੇ ਆਪਣੇ ਇਲਮ ਨਾਲ ਲਿਖ ਦਿੱਤੀ ਹੋਈ। ਉਹ ਤੇ ਲਿਖੀ ਸਭ ਇੰਨੀ ਨਾ ਵੀ ਬੰਦੇ ਨੇ ਕਰਨਾ, ਇਹ ਕੀਤਾ ਕਰ ਲਿਆ, ਇਹ ਨਹੀਂ ਲਿਖਿਆ। ਉਹ ਤੇ ਮੁਸਤਕਬਲ ਦੇ ਸੀਗੇ ਨਾ ਕਰੇਗਾ, ਇਹ ਅਗਵਾਈ ਕਰ ਲੈਣ ਦੀ। ਇਹਨੇ ਕਰ ਲਿਆ, ਉਹ ਗਵਾਹ ਬਣ ਕੇ ਦੋਵੇਂ ਰਿਕਾਰਡ ਲਿਖ ਦਿੰਦੇ ਆ। ਆਦਮੀ ਦੇ ਹੱਥ ਪੈਰ ਵੀ ਗਵਾਹ ਬਣ ਜਾਂਦੇ। ਇਹ ਹੁਣ ਇਹਦੇ ਖਿਲਾਫ ਸਬੂਤ ਜਮ੍ਹਾਂ ਹੋ ਰਿਹਾ ਨਾ ਵੀ ਤੂੰ ਕਰ ਲਿਆ ਸੱਚਮੁੱਚ। ਉਹਨੂੰ ਤੇ ਆਂਦਾ ਤੂੰ ਲਿਖਿਆ ਕਰੇਗਾ, ਇਹ ਤਾਂ ਨਹੀਂ ਨਾ ਲਿਖ ਮੈਂ ਕੀਤਾ ਤਾਂ ਨਹੀਂ ਨਾ ਅਜੇ। ਉਹ ਕੋਈ ਦਲੀਲ ਨਹੀਂ ਸੀ ਬਣ ਸਕਦੀ। ਕਰਨ ਤੋਂ ਬਾਅਦ ਜਿਹੜਾ ਨਾ ਮੁਜਰਮ ਤੇ ਫਿਰ ਹੀ ਬਣਿਆ ਨਾ। ਉਹ ਫਰਿਸ਼ਤੇ ਵੀ ਰਿਕਾਰਡ ਕਰਦੇ, ਇਨਸਾਨ ਦੇ ਹੱਥ ਪੈਰ ਵੀ ਬੋਲਣਗੇ। ਨਾਲੇ ਬਾਬਾ ਜੀ ਕੋਈ ਬੰਦਾ ਚੰਗੇ ਕੰਮ ਕਰਦਾ ਤੇ ਫਰਿਸ਼ਤੇ ਨੂੰ ਵੀ ਦਿਖਾਉਣਾ ਮਕਸੂਦ ਹੈ ਨਾ ਕਿ ਜਿਹੜੀ ਮੈਂ ਤਖਲੀਕ ਕੀਤੀ ਆ ਇਹ ਕਿੰਨੇ ਅੱਛੇ ਕੰਮ ਕਰਦਾ ਵਾ। ਜਿਸ ਤਰ੍ਹਾਂ ਅੱਲਾਹ ਸੁਬਹਾਨਾ ਤਾਲਾ ਆਇੰਦੇ ਤਜਦ ਦੇ ਵਕਤ ਥੱਲੇ ਅਸਮਾਨਾਂ ਤੇ ਫਰਿਸ਼ਤੇ ਨੂੰ ਕਹਿੰਦੇ ਦੇਖੋ ਕੋਈ ਮੇਰੇ ਕੋਲ ਹੈ ਮੰਗਣ ਵਾਲਾ। ਅੱਲਾਹ ਨੂੰ ਤਾਂ ਪਤਾ ਵਾ ਕਿ ਕਿਹੜਾ ਮੇਰੇ ਕੋਲ ਮੰਗਣਾ। ਫਰਿਸ਼ਤੇ ਨੂੰ ਦੱਸਣਾ ਮਤਲੂਬ ਆ ਨਾ ਕਿ ਵੀ ਮੇਰੇ ਮਖਲੂਕ 'ਚ ਚੰਗੇ ਲੋਕ ਵੀ ਆ ਜਿਹੜੇ ਅੱਛੇ ਅਮਲ ਕਰ ਰਹੇ ਆ। ਜਿਹਨਾਂ ਨੂੰ ਇਤਰਾਜ਼ ਕੀਤਾ ਸੀ ਕਿ ਬਈ ਤੁਸੀਂ ਇੱਕ ਜਾਂ ਅੱਲਾਹ ਤੁਸੀਂ ਇਹ ਬਣਾਉਣ ਲੱਗੇ ਆ, ਜਦੋਂ ਅਸੀਂ ਤੁਹਾਡੀ ਤਸਬੀਹ ਬਿਆਨ ਕਰਦੇ ਹਾਂ। ਅੱਲਾਹ ਸੁਬਹਾਨਾ ਤਾਲਾ ਨੇ ਕਹਿੰਦੇ ਕਿ ਜੋ ਮੈਂ ਜਾਣਦਾ ਤੁਸੀਂ ਨਹੀਂ ਜਾਣਦੇ। ਅੱਲਾਹ ਨੂੰ ਤਾਂ ਇਲਮ ਆ ਕਿ ਫਰਿਸ਼ਤੇ ਤੋਂ ਨਹੀਂ ਨਾ ਬਾਬਾ ਜੀ ਸਾਰਾ ਗੈਬ ਇਲਮ ਫਰਿਸ਼ਤੇ ਨੂੰ ਨਹੀਂ ਫਰਿਸ਼ਤੇ ਨੂੰ ਦੂਜਾ ਦਿਖਾਣਾ ਵੀ ਮਤਲੂਬ ਆ ਜਿਹੜਾ ਨਾ ਫਰਿਸ਼ਤੇ ਦੋ ਹੀ ਗਵਾਹ ਦੁਨੀਆ ਤੇ। ਹਾਂ ਅਬਰੂਪ ਜਿਹੜਾ ਇਹਨਾਂ ਵੇ ਕਰੇਗਾ ਹੋਰ ਗੱਲ ਹੈ, ਕਰ ਲੈਣਾ ਜਿਹੜਾ ਹੋਰ ਹੈ। ਚੀਜ਼ ਲਿਖਤੀ ਕਿ ਇਸ ਤਰ੍ਹਾਂ ਕਰੇਗਾ, ਇਹ ਮਾਮਲਾ ਇਸ ਤਰ੍ਹਾਂ ਕਰੇਗਾ, ਤੇ ਫਿਰ ਮਤਲਬ ਉਹ ਇਹਦਾ ਮਤਲਬ ਇਨਸਾਨ ਦੀ ਉਹਦੀ ਬੇਬਸੀ नहीं पैगंबर भी तो नाम महबूस करते ना लकड़ी नहीं बेबसी। अब्दुर्रहमान बिन तीन बंदे बेटा ਜਿਹੜੇ हरम शरीफ कसम खा के उठे ऐसे उम्मत फसाद मुआविया ਦਾ ਤੇ ਅਲੀ ਦਾ ਤੇ ਅਮਰ ਬਿਨ ਆਸ ਦਾ। ਉਹ ਤਿੰਨੇ ਖਾਰਜੀ ਸੀ ਵੀ ਇਹਨਾਂ ਨੂੰ ਕਤਲ ਕਰਨਾ। ਆਪਾਂ ਆਪਣੇ ਚਲੇ ਗਏ ਮੁਹਿੰਮਾਂ ਤੇ। हज़रत अली ਦਾ ਕਾਤਲ ਵੀ ਆ ਗਿਆ। आपने दसिया भी लोगों ने भी अब्दुर्रहमान जरा ਇਹਦੀ ਨੀयत है तो लोगों ने कहा ਤੁਸੀਂ ਇਹਨੂੰ सज़ा दे ਦਿਓ। तो आपने आख्या जिन्हें अजे जुर्म किया नहीं ਉਹਦੀ ਕਾਹਦੀ मैं सज़ा दें। ਇਹ ਤਾਂ ਇੱਕ ਦੂਜੀ ਗੱਲ ਹੈ ਵੀ ਮੈਨੂੰ ਅੱਲਾ ਦੇ ਪੈਗੰਬਰ ਦੀ ਪੇਸ਼ਗੋਈ ਦੇ ਮੁਤਾਬਕ ਪਤਾ ਵੀ ਮੇਰਾ ਕਾਤਲ ਹੋਣਾ। ਉਹ ਹੋਣਾ ਨਾ
ਇਹ ਜਿਹੜਾ ਵਜੇ ਉਹਨਾਂ ਕਤਲ ਕੀਤਾ ਤੇ ਮੈਨੂੰ ਸਜ਼ਾਏ ਮੌਤ ਦਿਆਂ ਤੇ ਇਹ ਕੋਈ ਅਦਲ ਹੋਊਗਾ? ਹਜ਼ਰਤ ਅਲੀ ਰਜ਼ੀ ਤਾਲਾ ਨੂੰ ਨਾਮ ਵੀ ਪਤਾ ਸੀ ਉਹਦਾ? ਹਾਂ ਨਹੀਂ ਇਹ ਗੱਲ ਤੇ ਬੋਲੋ ਨਾ ਹਜ਼ਰਤ ਉਮਰੇ ਫਾਰੂਕ ਰਜ਼ੀ ਅੱਲਾਹ ਤਾਲਾ ਦੇ ਬਾਰੇ ਵੀ ਕਹਿੰਦੇ ਕਿ ਉਹਨਾਂ ਨੇ ਕਿਹਾ ਕਿ ਅਬੂ ਲੋਲਾ ਨੇ ਮੈਨੂੰ ਮਾਰ ਅਬੂ ਲੋਲਾ ਨੇ ਧਮਕੀ ਦਿੱਤੀ ਸੀ ਨਾ, ਧਮਕੀ ਕਿਹਾ ਸੀ ਉਹਨੇ? ਧਮਕੀ ਦਿੱਤੀ। ਨਹੀਂ ਮੌਲਾਨਾ ਜਿਹੜੀ ਇਹ ਗੱਲ ਹੈ ਕਿ ਪਹਾੜ ਉਹ ਜਿਵੇਂ ਜ਼ਾਹਿਦ ਭਾਈ ਨੇ ਕਿਹਾ ਨਾ, ਅੱਲਾ ਦਾ ਇਲਮ ਕਾਮਲ ਹੈ, ਪੇਸ਼ਗੀ ਜਾਣਦਾ ਵੀ ਕੀ ਮੈਂ ਕਰਨਾ ਮੈਂ ਹੀ ਹਾਂ, ਆਪਣੀ ਮਰਜ਼ੀ ਨਾਲ ਕਰਨਾ। ਇਹਨਾਂ ਦੋਵਾਂ ਨੂੰ ਸੈੱਟ ਕਰਨਾ ਜਿਹੜਾ ਵੀ ਇਲਮ ਸਾਬਕ ਵੀ ਰਵੇ ਤੇ ਇਖਤਿਆਰ ਵੀ ਰਹੇ, ਇਹ ਮਾਮਾ ਸਾਡੀ ਸਮਝੋ ਬਾਹਰ ਕਰਨਾ ਇਨਸਾਨ ਨੇ ਅੱਲਾ ਦੇ ਦੀਨ ਨੇ ਬਿਲਕੁਲ ਕਿਹਾ ਆਪਣੀ ਮਰਜ਼ੀ ਨਾਲ ਮੁਕੰਮਲ ਇਖਤਿਆਰ ਹੁੰਦਿਆਂ ਆ, ਚਾਹੇ ਜੇ ਨਾ ਵੀ ਕਰੇ ਬਦੀ ਵੱਲ ਜਾਵੇ ਜਾਂ ਨੇਕੀ ਵਾਲੇ ਕੋਈ ਰੁਕਾਵਟ ਨਹੀਂ ਹੈ। ਇਹ ਮੌਲਾਨਾ ਜਿਹੜੀ ਇਹ ਗੱਲ ਇਹ ਸੁਣਨ ਚਾਹੁੰਦੀ ਕਿ ਆਹ ਹਦੀਸ ਮੌਜੂਦ ਹੈ ਕਿ ਅਗਰ ਪਹਾੜ ਕੋਈ ਤੁਹਾਨੂੰ ਕਿ ਆਪਣੀ ਜਗ੍ਹਾ ਤੋਂ ਟਲ ਗਿਆ ਜਾਂ ਹਿੱਲ ਗਿਆ ਜਾਂ ਬਦਲ ਲਈ ਤੇ ਮੰਨ ਲਿਓ ਕਿ, ਲੇਕਿਨ ਅਗਰ ਕੋਈ ਕਹੇ ਕਿ ਉਹਦੀ ਫਿਤਰਤ ਉਹਦੀ ਆਦਤ ਬਦਲ ਗਈ, ਫਿਤਰਤ ਬਦਲ ਗਈ, ਉਹ ਨਾ ਮੰਨਿਓ। ਕਿ ਆਹ ਹਦੀਸ ਹੈ ਇਸ ਤਰ੍ਹਾਂ ਦੀ ਕੋਈ? ਇਹ ਰਿਵਾਇਤ ਜਿਹੜੀ ਇਹਦੀ ਇਸ ਤਰ੍ਹਾਂ ਹੀ ਆਉਂਦੀ ਜਿਬਿਲਤ ਦਾ ਹੁੰਦਾ, ਰਵਾਇਤ ਸਹੀ ਹੈ? ਜਿਬਿਲਤ ਜਿਹੜੀ ਨਾ, ਇਹ ਰਵਾਇਤ ਸਹੀ ਹੈ ਮੌਲਾਨਾ? ਇਹ ਹਦੀਸ ਠੀਕ ਹੈ? ਨਹੀਂ ਠੀਕ ਨਹੀਂ। ਅੱਛਾ ਠੀਕ ਇਹਦੇ ਨਹੀਂ। ਤਕਦੀਰ ਦੀ ਗੱਲ ਕੋਈ ਨਹੀਂ, ਜਿਬਿਲਤ ਹੈ। ਜਿਬਿਲਤਾਂ ਐਸੀਆਂ ਇਨਸਾਨ 'ਚ ਜਿਵੇਂ ਜਾਨਵਰਾਂ 'ਚ ਬਾਹਰੀਆਂ ਚੀਜ਼ਾਂ ਫਿਤਰੀ ਹੈ ਨਾ, ਇਸੇ ਤਰ੍ਹਾਂ ਇਨਸਾਨ 'ਚ ਗੁੱਸਾ ਆ ਜਾਣਾ, ਗੈਰਤ ਛੁਪ ਜਾਣੀ, ਇਹ ਚੀਜ਼ਾਂ ਜਿਹੜੀਆਂ ਨੇ ਇਹਨਾਂ ਨੂੰ ਇਨਸਾਨ ਬਦਲ ਨਹੀਂ ਸਕਦਾ। ਹਰ ਇੱਕ ਚੀਜ਼ ਇੱਕ ਪੈਦਾਇਸ਼ੀ ਹੈ ਉਹਦੀ, ਮਿੱਟੀ 'ਚ ਅੱਲਾ ਨੇ ਗੁੰਨੀ ਹੈ। ਜਿਬਿਲਤ ਦਾ ਜ਼ਿਕਰ ਹੈ, ਇਨਸਟਿੰਕਟਸ ਜਿਹੜੀਆਂ ਨਾ। ਨਹੀਂ ਅਗਰ ਉਹ ਜਬਿਲੀ ਤੌਰ ਤੇ ਮਾਇਲ ਹੀ ਮਤਲਬ ਛੋਟੇ ਹੁੰਦੇ ਤੋਂ ਜਬਿਲੀ ਤੌਰ ਤੇ ਉਹ ਜ਼ਿਆਦਾ ਸ਼ਿੱਦਤ ਪਸੰਦ ਹੈਗਾ, ਜ਼ਿਆਦਾ ਸ਼ਿੱਦਤ ਪਸੰਦ ਇਹਦੇ ਹੈ। ਤੇ ਪਕੜ ਵੀ ਕੋਈ ਨਹੀਂ, ਜਿਹੜੀ ਜਿਬਿਲੀ ਤੌਰ ਤੇ ਨਾ ਉਹਦੇ ਇਹਦੇ ਕੋਈ ਨਹੀਂ, ਜਿਹੜੀ ਸਾਬੀ ਹੈ ਨਾ, ਤੇ ਆਪ ਫਿਰ ਕੋਸ਼ਿਸ਼ ਕਰਕੇ ਆਪਣੇ ਕੋਈ ਵਸਵਾ ਅੱਛਾ ਜਾਂ ਬੁਰਾ ਪੈਦਾ ਕਰਦਾ। ਸਵਾਬ ਅਦਾ ਬੇਟਾ ਹੁੰਦਾ ਹੀ ਜਬਿਲ ਜਿਹਨੂੰ ਇੱਕ ਪੈਦਾਇਸ਼ੀ ਵਸੀਲਾ ਆਦਮੀ ਜ਼ਿਆਦਾ, ਉਹਨੂੰ ਅੱਲਾ ਨੇ ਰਾਇਤ ਦੇਣੀ ਉਹਨੂੰ ਰਾਹਤ ਮਿਲੇਗੀ। ਹਾਂ, ਹਰ ਇੱਕ ਨੂੰ ਜੇ ਜਬਿਲਤ ਕਿਸੇ ਦਾ ਗਲਬਾ ਨਾ ਉਨੀ ਉਹਨੂੰ ਕੰਸੈਸ਼ਨ ਮਿਲਦੀ। ਇਹ ਜਿਹੜੀ ਉਹ ਬਾਤ ਇਨਸਾਫ ਬਿਲ ਕਿਸ ਤੇ ਉਹਦੇ ਚ ਹੈਗੀ ਹੈ। ਬਿਲਕੁਲ ਅੱਲਾ ਨੇ ਪੂਰਾ ਅਦਲ ਇਨਸਾਫ ਕਰਨਾ। ਪੈਦਾਇਸ਼ੀ ਜਿਹੜੀਆਂ ਸ਼ਾਇਦ ਕਿਸੇ ਆਦਮੀ 'ਚ ਹੁੰਦੀਆਂ ਨਾ, ਉਹਦਾ ਕੋਈ ਡਰ ਨਹੀਂ। ਜਿਹੜਾ ਆਪ ਫਿਰ ਬਾਲਗ ਹੋਣ ਤੋਂ ਬਾਅਦ ਆਪਣੇ ਹੋਸ਼ ਹਵਾਸ 'ਚ ਆਪਣੇ ਚੀਜ਼ਾਂ ਪੈਦਾ ਕਰਦਾ, ਉਹ ਕਾਊਂਟ ਹੋਣਾ। ਕਿ ਮੈਂ ਇਹ ਕੁਰਾਨ ਅਗਰ ਪਹਾੜ ਤੇ ਉਤਾਰਦਾ ਤੇ ਉਹ ਵੀ ਰਜ਼ਾ ਹੋ ਜਾਂਦਾ। ਇਹ ਚੀਜ਼ ਸਮਝ ਨਹੀਂ ਕਿ ਅੱਲਾਹ ਤਾਲਾ ਨੇ ਕੁਰਾਨ ਪਹਾੜ ਤੇ ਉਤਾਰਨ ਦਾ ਕਿਉਂ? ਇਹ ਪੱਥਰ ਦੇ ਲੋਕਾਂ ਨੂੰ ਨਹੀਂ ਆਖਿਆ ਨਾ ਵੀ ਤੁਸੀਂ ਐਡੇ ਸਮਝੋ ਸਖਤ ਜੇ ਵੀ ਇਹ ਕਲਾਮ ਜਿਹੜਾ ਇਹਦੇ 'ਚ ਤਾਸੀਰ ਸੀ, ਪਹਾੜ ਵੀ ਸੁਣਦੇ ਨਾ ਜਿੰਨਾ ਇਹਦੇ ਜਵਾਜ਼ ਨਸੀਹਤ ਹੋਇਆ, ਉਹ ਵੀ ਰੇਜ਼ਾ ਹੋ ਜਾਂਦੇ। ਜਿੰਨਾ ਅੱਲਾ ਦਾ ਖੌਫ ਦੱਸਿਆ, ਕਿਆਮਤ ਦਾ ਬਿਆਨ ਹੋਇਆ, ਇਹ ਜਿਹੜੇ ਬਿਲਕੁਲ ਕਸਦ ਕੁਲੂਬ ਹੁਕਮ ਲਾਉਂਦਾ ਨਾ, ਇਨਸਾਨ ਦਾ ਦਿਲ ਸਖਤ ਹੋ ਕੇ ਪੱਥਰ ਤੋਂ ਪੈਦਾ ਹੋ ਜਾਂਦਾ। ਐਸੀ ਗੱਲ ਹੀ ਹਜ਼ਾਰ ਆਵਾਜ਼ ਕਰੋ ਕੋਈ ਅਸਰ ਨਹੀਂ, ਐਸੇ ਗਰਕ ਹੋ ਜਾਂਦੇ ਬੁਰਾਈਆਂ 'ਚ